ਹੈਲੋ ਦੋਸਤੋ, ਸਵਾਗਤ ਹੈ ਮੇਰੇ YouTube ਚੈਨਲ ਦੇ ਵਿੱਚ। ਅੱਜ ਅਸੀਂ ਇੱਥੇ ਗੱਲ ਕਰਾਂਗੇ ਕਿ ਡਾਈਕਨ ਏਸੀ ਦੇ ਵਿੱਚ ਆਊਟਡੋਰ ਦੇ ਵਿੱਚ ਜਿਹੜਾ ਕਪੈਸਿਟਰ ਯੂਜ਼ ਹੁੰਦਾ, ਕਿੰਨੀ ਕਪੈਸਿਟੀ ਦਾ ਅੰਦਰ ਕਿੰਨੇ ਟਨੇਜ ਦੇ ਹਿਸਾਬ ਨਾਲ ਕਿਹੜੀ ਕਪੈਸਿਟੀ ਦਾ ਕੰਪਰੈਸਰ ਔਰ ਕਪੈਸਿਟਰ ਯੂਜ਼ ਕੀਤਾ ਜਾਂਦਾ ਹੈ। ਜਿੱਦਾਂ ਅਸੀਂ ਇੱਥੇ ਗੱਲ ਕਰਦੇ ਹਾਂ ਕਿ ਇਹ ਸੀਰੀਜ਼ ਆ, ਜਿਹਦਾ ਸੀਰੀਜ਼ ਜਿਹੜੀ ਹੈਗੀ PRV 16 ਦੇ ਵਿੱਚ 60 ਦਾ ਯਾਨੀ ਕਿ 1.8 ਕਪੈਸਿਟੀ ਦਾ ਜਿਹੜਾ ਆਪਣਾ ਏਸੀ ਹੁੰਦਾ, ਉਹਦੇ ਵਿੱਚ 60 2 ਟਨ ਦੇ ਵਿੱਚ ਰੀਚੀ ਦਾ 45 4 ਦਾ ਕਪੈਸਿਟਰ ਔਰ 1.5 ਟਨ ਦੇ ਵਿੱਚ ਰੀਚੀ ਦਾ 45 2 ਦਾ ਕਪੈਸਿਟਰ, 35 ਦੇ ਵਿੱਚ ਰੀਚੀ ਦਾ 40 2 ਦਾ ਕਪੈਸਿਟਰ ਹੁੰਦਾ ਹੈ। QRV 16 ਦੇ ਵਿੱਚ ਹਾਰਲੀ ਦਾ ਹੁੰਦਾ ਕੰਪਰੈਸਰ 60 ਦੇ ਵਿੱਚ, ਔਰ 1.5 ਦੇ ਵਿੱਚ ਵੀ ਹਾਰਲੀ ਦਾ ਹੁੰਦਾ, ਇਹਦੇ ਵਿੱਚ 45 2 ਦਾ ਕਪੈਸਿਟਰ, 35 ਦੇ ਵਿੱਚ 1 ਟਨ ਦੇ ਵਿੱਚ ਹਾਰਲੀ ਦਾ ਕੰਪਰੈਸਰ, 35 2 ਦੇ ਨਾਲ ਕਪੈਸਿਟਰ ਪਾਇਆ ਜਾਂਦਾ ਹੈ। ਉਸ ਤੋਂ ਬਾਅਦ QRV 161 ਦੇ ਵਿੱਚ ਰੀਚੀ ਦਾ ਕੰਪਰੈਸਰ ਹੁੰਦਾ ਹੈ, 45 4 ਦੀ ਕਪੈਸਿਟੀ, ਰੀਚੀ ਦਾ 1.5 ਟਨ ਦੇ ਵਿੱਚ 45 2 ਦੀ ਕਪੈਸਿਟੀ, 1 ਟਨ ਦੇ ਵਿੱਚ ਰੀਚੀ ਦਾ ਕੰਪਰੈਸਰ 40 2 ਦੀ ਕਪੈਸਿਟੀ ਨਾਲ ਹੁੰਦਾ ਹੈ। ਉਸ ਤੋਂ ਬਾਅਦ ਹੁੰਦਾ QRV 16 15 ਸੀਰੀਜ਼ ਦੇ ਵਿੱਚ ਰੀਚੀ ਦਾ ਕੰਪਰੈਸਰ ਹੁੰਦਾ 2 ਟਨ ਦੇ ਵਿੱਚ 45 4 ਦੀ ਕਪੈਸਿਟੀ, 1.5 ਟਨ ਦੇ ਵਿੱਚ ਰੀਚੀ ਦਾ ਕੰਪਰੈਸਰ ਹੁੰਦਾ 45 2 ਦੀ ਕਪੈਸਿਟੀ, ਅਤੇ ਉਸ ਤੋਂ ਬਾਅਦ ਹੁੰਦਾ 1 ਟਨ ਦੇ ਵਿੱਚ ਰੀਚੀ ਦਾ ਕੰਪਰੈਸਰ ਦੇ ਨਾਲ 40 2 ਦੀ ਕਪੈਸਿਟੀ ਦਾ ਕੰਪਰੈਸਰ ਹੁੰਦਾ ਹੈ। ਉਸ ਤੋਂ ਬਾਅਦ ਹੁੰਦਾ RRV 161 ਸੀਰੀਜ਼ ਦੇ ਵਿੱਚ, ਜਾਣੀ ਕਿ 2 ਟਨ ਦੇ ਵਿੱਚ ਇਹ ਸੀਰੀਜ਼ ਦੇ ਵਿੱਚ ਨਹੀਂ ਆਉਂਦਾ ਹੈਗਾ, ਔਰ ਇਹ ਸੀਰੀਜ਼ ਦੇ ਵਿੱਚ ਆਉਂਦਾ ਹੈਗਾ ਆ ਰੀਚੀ ਦਾ 1.5 ਟਨ ਦਾ ਕੰਪਰੈਸਰ, 1.5 ਟਨ ਦਾ ਏਸੀ ਆਉਂਦਾ ਹੈ, ਜਿਹਦੇ ਵਿੱਚ ਰੀਚੀ ਦਾ ਕੰਪਰੈਸਰ ਹੁੰਦਾ ਆ ਅਤੇ 35 4 ਦਾ, ਅਤੇ ਉਸ ਤੋਂ ਬਾਅਦ ਆਉਂਦਾ 1 ਟਨ ਦੇ ਵਿੱਚ ਰੀਚੀ ਦਾ 40 2 ਦਾ। ਉਸ ਤੋਂ ਬਾਅਦ ਆਉਂਦਾ RR 16 15, ਇਹਦੇ ਵਿੱਚ ਵੀ 1.5 ਟਨ ਦਾ ਏਸੀ ਆਉਂਦਾ ਹੈ, ਰੀਚੀ ਦਾ ਕੰਪਰੈਸਰ ਹੁੰਦਾ ਹੈ, ਜਿਹਦੇ ਵਿੱਚ 35 4 ਦਾ, ਅਤੇ 1 ਟਨ ਦੇ ਵਿੱਚ ਰੀਚੀ ਦੇ ਵਿੱਚ 40 2 ਦਾ। ਉਸ ਤੋਂ ਬਾਅਦ ਆਉਂਦਾ RRV 161E, ਇਹਦੇ ਵਿੱਚ ਵੀ ਸਿਰਫ 1.5 ਦਾ ਆਉਂਦਾ ਹੈ, ਜਿਹਦੇ ਵਿੱਚ ਕਿ ਰੀਚੀ ਦਾ ਕੰਪਰੈਸਰ ਹੁੰਦਾ ਆ 35 4। ਉਸ ਤੋਂ ਬਾਅਦ ਆਉਂਦਾ 1 ਟਨ ਦਾ ਰੀਚੀ ਦਾ 40 2 ਦਾ। ਫਿਰ ਉਸ ਤੋਂ ਬਾਅਦ ਆਉਂਦਾ ਉਸ ਤੋਂ ਬਾਅਦ ਆਉਂਦਾ RRV 162, ਇਹਦੇ ਵਿੱਚ ਹਾਰਲੀ ਦਾ ਕੰਪਰੈਸਰ ਹੁੰਦਾ 60 4 ਦਾ, ਯਾਨੀ ਕਿ 2 ਟਨ ਦੇ ਏਸੀ ਦੇ ਵਿੱਚ। ਉਸ ਤੋਂ ਬਾਅਦ ਆਉਂਦਾ ਆਪਣਾ 1.5 ਟਨ ਦਾ ਏਸੀ, ਉਹਦੇ ਵਿੱਚ ਹਾਰਲੀ ਦਾ ਕੰਪਰੈਸਰ ਹੁੰਦਾ 40 4 ਦਾ ਕਪੈਸਿਟਰ ਦੇ ਨਾਲ, ਫਿਰ 1 ਟਨ ਦੇ ਵਿੱਚ ਹਾਰਲੀ ਦਾ 35 2 ਦੇ ਨਾਲ। ਉਸ ਤੋਂ ਬਾਅਦ ਆਉਂਦਾ RRV 16 25, ਹਾਰਲੀ ਦਾ ਕੰਪਰੈਸਰ ਹੁੰਦਾ ਇਹਦੇ ਵਿੱਚ, ਅਤੇ 60 4 ਦੀ ਕਪੈਸਿਟੀ ਦਾ ਕਪੈਸਿਟਰ ਹੁੰਦਾ ਆ। ਉਸ ਤੋਂ ਬਾਅਦ ਆਉਂਦਾ RR 162, ਇਹ ਵਿੱਚ ਹਾਰਲੀ ਦਾ ਕੰਪਰੈਸਰ 45 4 ਦੀ ਕਪੈਸਿਟੀ ਦਾ ਕਪੈਸਿਟਰ ਹਾਰਲੀ ਦਾ। ਉਸ ਤੋਂ ਬਾਅਦ ਆਉਂਦਾ 1.5 ਟਨ ਦਾ, ਉਹਦੇ ਵਿੱਚ ਹਾਰਲੀ ਦਾ ਕੰਪਰੈਸਰ ਅਤੇ 40 4 ਦਾ ਕਪੈਸਿਟਰ। ਫਿਰ ਉਸ ਤੋਂ ਬਾਅਦ ਆਉਂਦਾ 1 ਟਨ ਦਾ ਹਾਰਲੀ ਦਾ 35 2 ਦਾ ਕਪੈਸਿਟਰ। ਉਸ ਤੋਂ ਬਾਅਦ ਆਉਂਦਾ RRV 162E, ਇਹਦੇ ਵਿੱਚ ਹਾਰਲੀ ਦਾ ਕੰਪਰੈਸਰ 60 4 ਦਾ ਕਪੈਸਿਟਰ ਹੁੰਦਾ ਹੈ। ਉਸ ਤੋਂ ਬਾਅਦ ਹੁੰਦਾ SRV ਸੀਰੀਜ਼ 162 166, ਹਾਰਲੀ ਦਾ ਕੰਪਰੈਸਰ ਹੁੰਦਾ 2 ਟਨ ਦੇ ਵਿੱਚ 50 4 ਦੀ ਕਪੈਸਿਟੀ, 1.5 ਟਨ ਦੇ ਵਿੱਚ ਹਾਰਲੀ ਦਾ ਕੰਪਰੈਸਰ 40 4 ਦੀ ਕਪੈਸਿਟੀ, ਅਤੇ 1 ਟਨ ਦੇ ਵਿੱਚ ਹਾਰਲੀ ਦਾ ਰੀਚੀ ਦਾ ਕੰਪਰੈਸਰ ਹੁੰਦਾ 40 2 ਦੀ ਕਪੈਸਿਟੀ ਹੁੰਦੀ ਕਪੈਸਿਟਰ ਦੀ। ਉਸ ਤੋਂ ਬਾਅਦ ਆਉਂਦਾ ਹੈਗਾ SRV 162E 162BE 166E, ਇਹਦੇ ਵਿੱਚ ਇਹਨਾਂ ਸੀਰੀਜ਼ਾਂ ਵਿੱਚ 2 ਟਨ ਦੇ ਏਸੀ ਦਾ ਕਪੈਸਿਟਰ ਹੁੰਦਾ, ਹਾਰਲੀ ਦਾ ਕੰਪਰੈਸਰ ਦੇ ਨਾਲ 50 4 ਦਾ ਕਪੈਸਿਟਰ। ਉਸ ਤੋਂ ਬਾਅਦ ਹਾਰਲੀ ਦਾ 1.5 ਟਨ ਦੇ ਵਿੱਚ ਹਾਰਲੀ ਦਾ ਕੰਪਰੈਸਰ 40 4 ਦੇ ਨਾਲ, ਅਤੇ ਉਸ ਤੋਂ ਬਾਅਦ 35 1 ਟਨ ਦੇ ਵਿੱਚ ਰੀਚੀ ਦਾ ਕੰਪਰੈਸਰ ਹੁੰਦਾ 40 2 ਦੀ ਕਪੈਸਿਟੀ ਦੇ ਨਾਲ। ਉਸ ਤੋਂ ਬਾਅਦ ਆਉਂਦਾ TV ਸੀਰੀਜ਼, ਜੋ ਕਿ 2022 ਦੀ ਸੀਰੀਜ਼ ਦੇ ਵਿੱਚ ਹੈਗਾ ਇਹ TV 116U1। ਇਹ ਸੀਰੀਜ਼ਾਂ ਹਰੇਕ ਸਾਲ ਅਲੱਗ ਨਹੀਂ ਹੁੰਦੀਆਂ, ਸੇਮ ਹੀ ਹੁੰਦੀਆਂ, ਸਿਰਫ ਮਾਡਲ ਨੰਬਰ ਹੀ ਚੇਂਜ ਹੁੰਦੇ ਆ, ਸੀਰੀਜ਼ਾਂ ਇਹੀ ਹੁੰਦੀਆਂ ਆ। ਇਹਦੇ ਵਿੱਚ ਜਿਹੜਾ TV 116U1, ਇਹਦੇ ਵਿੱਚ ਸਿਰਫ 1.5 ਟਨ ਦੀ ਮਸ਼ੀਨ ਦੇ ਵਿੱਚ ਹੀ ਆਉਂਦਾ ਆ ਰੀਚੀ ਦਾ ਕੰਪਰੈਸਰ 30 4 ਦੀ ਕਪੈਸਿਟੀ। ਉਸ ਤੋਂ ਬਾਅਦ ਆਉਂਦਾ TV 16U2, ਇਹ ਵੀ 1.5 ਟਨ ਦੇ ਵਿੱਚ ਹੀ ਆਉਂਦਾ ਆ, ਹਾਰਲੀ ਦਾ ਕੰਪਰੈਸਰ ਹੁੰਦਾ 40 4 ਦੀ ਕਪੈਸਿਟੀ ਹੁੰਦੀ ਹੈ। ਉਸ ਤੋਂ ਬਾਅਦ TV 16U2AB, ਇਹ ਵੀ 1.5 ਟਨ ਦੀ ਮਸ਼ੀਨ ਦੇ ਵਿੱਚ ਏਸੀ ਦੇ ਵਿੱਚ ਆਉਂਦਾ, ਹਾਰਲੀ ਦਾ ਕੰਪਰੈਸਰ 40 4 ਦੀ ਕਪੈਸਿਟੀ। ਉਸ ਤੋਂ ਬਾਅਦ ਆਉਂਦਾ ਹੈ TV 16V2AA, ਹੁੰਦਾ ਹਾਰਲੀ ਦਾ ਕੰਪਰੈਸਰ ਹੁੰਦਾ 40 4 ਦੀ ਕਪੈਸਿਟੀ ਕੰਪਰੈਸਰ ਦੀ। TV 16V3, ਇਹਦੇ ਵਿੱਚ ਹੁੰਦਾ GMCC ਦਾ ਕੰਪਰੈਸਰ 40 4 ਦੀ ਕਪੈਸਿਟਰ ਦੀ ਹੁੰਦੀ ਹੈ। TV 16W4 ਦੇ ਵਿੱਚ ਹੁੰਦਾ ਹੈ ਰੀਚੀ ਦਾ ਕੰਪਰੈਸਰ 35 4 ਦਾ ਕਪੈਸਿਟਰ ਹੁੰਦਾ ਹੈ 1.5 ਟਨ ਦੀ ਮਸ਼ੀਨ ਦੇ ਵਿੱਚ। ਉਸ ਤੋਂ ਬਾਅਦ ਹੈ TV 16U5,
ਇਹ ਆਉਂਦੀ ਹੈਗੀ ਮਸ਼ੀਨ 1.8 ਟਨ ਦੇ ਵਿੱਚ, ਜਿਹਨੂੰ ਆਪਾਂ 2 ਟਨ ਕਿਹਾ ਜਾਂਦਾ ਹੈ। 40 ਚਾਰ ਦਾ ਕਪੈਸਿਟਰ ਹੁੰਦਾ ਹੈ। ਉਸ ਤੋਂ ਬਾਅਦ ਆਉਂਦੀ TV16W1, ਇਹਦੇ ਵਿੱਚ ਸਿਰਫ ਆਉਂਦਾ ਹੈਗਾ 1 ਟਨ ਦਾ AC ਸੀਰੀਜ਼ ਵਿੱਚ ਸਿਰਫ 1 ਟਨ ਦਾ AC ਆਉਂਦਾ ਹੈ, ਜਿਹੜਾ ਕਿ ਰਿਚੀ ਦਾ ਕੰਪਰੈਸਰ 32 ਦੀ ਕਪੈਸਿਟੀ ਦਾ ਕਪੈਸਿਟਰ। ਉਸ ਤੋਂ ਬਾਅਦ ਆਉਂਦਾ ਹੈ TV16WI1S, ਇਹ ਵੀ 1 ਟਨ ਦਾ AC ਆਉਂਦਾ ਹੈ, ਰਿਚੀ ਦਾ ਕੰਪਰੈਸਰ 42 ਦੀ ਕਪੈਸਿਟੀ ਕਪੈਸਿਟਰ ਦੀ। TV16X2 ਦੇ ਵਿੱਚ ਆਉਂਦਾ ਹਾਰਲੀ ਦਾ ਕੰਪਰੈਸਰ 32 ਦੀ, ਇਹਦੇ ਵਿੱਚ ਹੁੰਦਾ ਕੰਪਰੈਸਰ ਦੀ ਕਪੈਸਿਟੀ। ਅਗਰ ਤੁਸੀਂ ਅਜੇ ਤੱਕ ਮੇਰਾ YouTube ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਤਾਂ ਕਿ ਜੋ ਵੀ ਕੋਈ ਵੀ ਦਿੱਕਤ ਆਉਂਦੀ ਤਾਂ ਤੁਸੀਂ YouTube ਦੇ ਉੱਤੇ ਚੈਨਲ 'ਤੇ ਸਰਚ ਕਰਕੇ ਸਾਰੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ। ਅਤੇ ਅਸੀਂ ਇੱਦਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਤੁਹਾਡੇ ਲਈ ਆਉਂਦੇ ਰਹਾਂਗੇ। ਧੰਨਵਾਦ।